ਸੋ ਦੋਸਤੋ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਚੈਨਲ ਹਿੰਦ ਪੰਜਾਬ 'ਤੇ ਸਵਾਗਤ ਹੈ। ਅਤੇ ਹੁਣ ਗੱਲ ਕਰਾਂਗੇ ਇਸ ਸਮੇਂ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਦੀ। ਬੜੇ ਦਿਨਾਂ ਤੋਂ ਇਸ ਗੱਲ ਦਾ ਚਰਚਾ ਆ ਰਿਹਾ ਸੀ, ਜਿਸ ਦਾ ਜ਼ਿਕਰ USA ਦੀ ਸਰਕਾਰੀ ਅਧਿਕਾਰੀਆਂ ਨੇ ਕੀਤਾ ਸੀ ਕਿ ਭਾਰਤੀ ਏਜੰਸੀਆਂ ਨੇ ਜਾਂ ਉਹਨਾਂ ਦੇ ਕੁਝ ਬੰਦਿਆਂ ਨੇ ਨਾਲ ਜੁੜੇ ਕੁਝ ਸ਼ਖਸੀਅਤਾਂ ਨੇ ਗੁਰਪਤਵੰਤ ਸਿੰਘ ਪੰਧੂ, ਫਾਊਂਡਰ ਸਿੱਖਸ ਫਾਰ ਜਸਟਿਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ, ਜਿਸ ਨੂੰ ਅਮਰੀਕਨ ਅਥਾਰਟੀਜ਼ ਨੇ ਫਾਈਲ ਕਰ ਦਿੱਤਾ ਸੀ। ਪੂਰਾ ਨਹੀਂ ਸੀ ਹੋਣ ਦਿੱਤਾ। ਉਹਦੀ ਪੂਰੀ ਡਿਟੇਲ ਹੁਣ ਨਿਕਲ ਕੇ ਸਾਹਮਣੇ ਆਈ ਹੈ ਔਰ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ। ਉਹਦਾ ਖੁਲਾਸਾ ਵੀ ਅੱਜ ਹੋਇਆ। ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਸਾਡੀਆਂ ਸਰਕਾਰਾਂ ਬਾਰ-ਬਾਰ ਇਸ ਗੱਲ ਤੋਂ ਇਨਕਾਰ ਕਰਦੀਆਂ ਨੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ, ਪਰ ਅਮਰੀਕਨ ਅਥਾਰਟੀਜ਼ ਨੇ ਅੱਜ ਇਸ ਗੱਲ ਦਾ ਖੁਲਾਸਾ ਕੀਤਾ। ਉੱਥੇ ਸਵੇਰ ਹੋ ਗਈ ਹੈ ਅਤੇ ਸਵੇਰ ਚੜ੍ਹਦਿਆਂ ਹੀ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਔਰ ਮਿੰਟ ਲਾਈਵ ਨਾਮ ਦੀ ਇੱਕ ਨਿਊਜ਼ ਚੈਨਲ ਨੇ, ਪੋਰਟਲ ਨੇ ਇਹ ਖਬਰ ਛਾਇਆ ਕੀਤਾ ਸੀ। ਇਹਦਾ ਕੋਈ ਖੰਡਨ ਜਾਂ ਇਹਦੀ ਕੋਈ ਇਹਦੀ ਜੋ ਰਿਲਾਇਬਿਲਿਟੀ ਹੈ ਜਾਂ ਇਹਦਾ ਜੋ ਇਹਨਾਂ ਦਾ ਆਪਣਾ ਖੁਲਾਸਾ ਹੈ ਜਾਂ ਉਹਨਾਂ ਦਾ ਜੋ ਕਹਿਣਾ ਹੈ ਉਹਦੇ ਨਾਲ ਅਸੀਂ ਸਹਿਮਤ ਨਹੀਂ ਹੋ ਸਕਦੇ, ਕਿਉਂਕਿ ਜਦੋਂ ਤੱਕ ਅਧਿਕਾਰਤ ਤੌਰ 'ਤੇ ਭਾਰਤੀ ਸਰਕਾਰ ਕੋਈ ਬਿਆਨ ਨਹੀਂ ਦਿੰਦੀ ਅਸੀਂ ਇਹਦੇ ਬਾਰੇ ਪੂਰੀ ਤਰ੍ਹਾਂ ਨਹੀਂ ਕਹਿ ਸਕਦੇ। ਪਰ ਮਿੰਟ ਲਾਈਵ ਮਿੰਟ ਇਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਔਰ ਪੂਰੀ ਡਿਟੇਲ ਦਿੱਤੀ ਹੈ, ਸਾਰੇ ਨਾਮ ਔਰ ਉਹਨਾਂ ਦੇ ਨਾਲ ਲੈ ਦੇ ਕੇ। ਕਹਾਣੀ ਬੜੀ ਲੰਬੀ ਚੌੜੀ ਹੈ, ਮੈਂ ਉਹ ਸਾਰੇ ਡਿਟੇਲ ਜਿਹੜੀਆਂ ਬੜੀਆਂ ਟੈਕਨੀਕਲ ਆ, ਸਮਾਂ ਬਹੁਤ ਘੱਟ ਹੈ। ਮੈਂ ਤੁਹਾਨੂੰ ਖਾਲੀ ਇੰਨਾ ਦੱਸਣਾ ਚਾਹੂੰਗਾ ਕਿ ਪਿਛਲੇ ਜੂਨ 'ਚ ਜਿਹੜਾ ਹੁਣ ਜੂਨ ਦਾ ਮਹੀਨਾ ਨਿਕਲਿਆ ਇਸੇ ਸਾਲ ਦਾ, ਜੂਨ 'ਚ USA ਦੀ ਡਰੱਗ ਐਨਫੋਰਸਮੈਂਟ ਏਜੰਸੀ ਨੇ ਉਹਨਾਂ ਨੂੰ ਖਬਰ ਲੱਗੀ ਕਿ ਇੱਕ ਨਾਰਕੋਟਿਕ ਸਮਗਲਰ ਜਿਹਦਾ ਨਾਂ ਹੈ ਨਿਖਿਲ ਗੁਪਤਾ, ਉਸ ਆਦਮੀ ਨੂੰ ਕੰਟਰੈਕਟ ਮਿਲਿਆ ਹੈ ਭਾਰਤ ਸਰਕਾਰ ਦੇ ਇੱਕ ਉਸ ਅਫਸਰ ਵੱਲੋਂ ਜਿਹੜਾ ਅਫਸਰ ਆਪਣੇ ਆਪ ਨੂੰ ਸਿਕਿਉਰਿਟੀ ਐਕਸਪਰਟ ਕਹਿੰਦਾ ਸੀ ਔਰ ਉਹਨੇ ਇਹ ਵੀ ਕਿਹਾ ਕਿ ਉਹ ਭਾਰਤ ਦੀ ਇੱਕ ਜਿਹਨੂੰ ਆਪਾਂ ਪੈਰਾਮਿਲਟਰੀ ਫੋਰਸਿਸ ਕਹਿ ਦਿੰਦੇ ਹਾਂ, CRPF ਸੈਂਟਰਲ ਰਿਜ਼ਰਵ ਪੁਲਿਸ ਫੋਰਸ, ਉਹਦੇ 'ਚ ਕੰਮ ਕਰਦਾ ਹੈ ਔਰ ਉਸ ਏਜੰਸੀ ਦਾ, ਉਸ ਫੋਰਸ ਦਾ ਕੰਮ ਹਥਿਆਰਾਂ ਨਾਲ ਡੀਲ ਕਰਨਾ, ਇਸ ਤਰ੍ਹਾਂ ਦਾ ਜੋ ਅਮਰੀਕਨ ਸਰਕਾਰ ਦੀ ਭਾਸ਼ਾ ਹੁੰਦੀ, ਉਹਨਾਂ ਦੀ ਲੈਂਗੁਏਜ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਆ ਆਪਣੇ ਨਾਲੋਂ। ਉਹਦੇ 'ਚੋਂ ਕੰਮ ਕਰਦਾ ਅਤੇ ਉਹਨੇ ਇਸ ਨਿਖਿਲ ਗੁਪਤਾ ਨੂੰ ਹਾਇਰ ਕੀਤਾ ਕਿ ਅਸੀਂ ਇੱਕ ਬੰਦੇ ਨੂੰ ਮਰਵਾਉਣਾ ਅਤੇ ਤੂੰ ਸਾਡੇ ਲਈ ਕੰਮ ਕਰ। ਪੈਸੇ ਦਾ ਲੈਣ ਦੇਣ ਹੋ ਗਿਆ ਔਰ ਨਿਖਿਲ ਗੁਪਤਾ ਜਿਹੜਾ ਕਿ ਨੋਨ ਡਰੱਗ ਟ੍ਰੈਫਿਕਰ ਹੈ, ਅਮਰੀਕਾ ਦੀ ਜਿਹੜਾ ਡਿਪਾਰਟਮੈਂਟ ਆਫ ਨਾਰਕੋਟਿਕਸ, ਜਿਹੜਾ ਉਹਨਾਂ ਦਾ ਡਰੱਗ ਐਨਫੋਰਸਮੈਂਟ ਏਜੰਸੀ, ਉਹਨਾਂ ਦੀ DEA, ਉਹ ਦੇਖਦਾ ਆਪਣੇ ਇੱਥੇ ਨਾਰਕੋਟਿਕਸ ਡਿਪਾਰਟਮੈਂਟ ਹੁੰਦਾ, ਉਹਨਾਂ ਦਾ DEA ਹੈ, ਡਰੱਗ ਐਨਫੋਰਸਮੈਂਟ ਏਜੰਸੀ। ਉਹਨਾਂ ਨੂੰ ਅਸਲ 'ਚ ਗੱਲ ਦਾ ਇਹ ਪੂਰੀ ਖਬਰ 'ਚ ਦੱਸਿਆ ਗਿਆ ਕਿ ਇਹਦੀ ਇਨਫੋਰਮੇਸ਼ਨ ਤਾਂ FBI, CIA, ਇਹਦੀਆਂ ਸਾਰੀਆਂ ਏਜੰਸੀਆਂ, ਉਹਨਾਂ ਏਜੰਸੀਆਂ ਅਮਰੀਕਾ ਦੀਆਂ ਉਹਨਾਂ ਕੋਲ ਸੀਗੀ, ਪਰ ਉਹਨਾਂ ਨੇ ਕੰਮ ਦੇਤਾ DEA ਨੂੰ, ਕਿਉਂਕਿ ਜਿਸ ਸ਼ਖਸ ਦਾ ਜ਼ਿਕਰ ਆ ਰਿਹਾ ਸੀ ਉਹਦਾ ਨਾਰਕੋਟਿਕਸ ਟ੍ਰੇਡ ਨਾਲ ਤਾਲੁਕ ਸੀ। ਨਿਖਿਲ ਗੁਪਤਾ ਭਾਰਤੀ ਨੈਸ਼ਨਲ ਇੰਟਰਨੈਸ਼ਨਲ ਡਰੱਗ ਤਸਕਰ, ਸਮਗਲਰ, ਡੀਲਰ। DEA ਨੇ ਆਪਣਾ ਜਾਲ ਵਿਛਾਇਆ। ਉਹਨਾਂ ਨੇ ਆਪਣਾ ਇੱਕ ਬੰਦਾ ਖੜਾ ਕੀਤਾ ਜਿਹਦੇ ਥਰੂ ਨਿਖਿਲ ਗੁਪਤਾ ਨੇ ਇਹ ਕਿਹਾ ਕਿ ਮੈਂ ਇੱਕ ਆਪਰੇਸ਼ਨ ਕਰਨਾ ਚਾਹੁੰਦਾ, ਮੈਂ ਇੱਕ ਬੰਦੇ ਨੂੰ ਮਾਰਨ ਦਾ ਮੈਨੂੰ ਕੰਟਰੈਕਟ ਮਿਲਿਆ ਔਰ ਉਹ ਕੰਟਰੈਕਟ ਉਹਦੇ ਮੁਤਾਬਕ ਜੋ ਉਹਨੇ ਗੱਲਾਂ ਬਾਤਾਂ ਦੱਸਿਆ, ਇਹ ਮੈਨੂੰ ਭਾਰਤ ਸਰਕਾਰ ਦੇ ਇੱਕ ਵੱਡੇ ਅਫਸਰ ਵੱਲੋਂ ਮਿਲਿਆ ਜਿਹਦਾ ਨਾਂ
ਅਮਰੀਕਨ ਏਜੰਸੀਜ਼ ਨੇ ਨਹੀਂ ਲਿਆ। ਉਹਨੂੰ ਸਿਰਫ CC1 ਕਰਕੇ ਇੱਕ ਉਹਨੂੰ ਇੱਕ ਨਾਮ ਦਿੱਤਾ ਗਿਆ। ਕਰੈਕਟਰ ਹੋਏਗਾ ਕੀ ਹੋਏਗਾ ਉਹਨਾਂ ਦੀ ਲੀਗਲ ਭਾਸ਼ਾ 'ਚ ਇਹਦਾ ਕੋਈ ਮਤਲਬ ਹੋਣਾ। ਉਹਨੇ ਲੰਬੇ ਚੌੜੇ ਪੈਸੇ ਸ਼ਾਇਦ $1 ਮਿਲੀਅਨ ਦਾ ਕੋਈ ਸੌਦੇ ਦੀ ਗੱਲ ਕੀਤੀ ਉਸ ਬੰਦੇ ਨੇ ਕਿ ਇੰਨੇ ਪੈਸੇ ਮੈਨੂੰ ਮਿਲੇ ਆ। ਗੁਰਪਤਵੰਤ ਸਿੰਘ ਪੰਨੂ ਸਿੱਖਸ ਫॉर ਜਸਟਿਸ ਦੇ ਸੈਲਫ ਸਟਾਈਲਡ ਲੀਡਰ, ਖਾਲਿਸਤਾਨੀ ਪ੍ਰੋਟੈਗੋਨਿਸਟ, ਉਹਨੂੰ ਮਾਰਨ ਦੀ ਮੈਨੂੰ ਸੁਪਾਰੀ ਮਿਲੀ, ਆਪਸ ਦੀ ਭਾਸ਼ਾ 'ਚ ਕਹਿ ਸਕਦੇ। ਉਹਨਾਂ ਨੇ ਕਿਹਾ ਠੀਕ ਹੈ ਅਸੀਂ ਤੈਨੂੰ ਬੰਦਾ ਲੱਭ ਕੇ ਦਿੰਦੇ ਹਾਂ ਜਿਹੜਾ ਬੰਦਾ ਪੰਨੂ ਨੂੰ ਮਾਰੂਗਾ। ਥੋੜ੍ਹੇ ਦਿਨਾਂ ਬਾਅਦ ਇੱਕ ਬੰਦਾ ਨਿਖਿਲ ਗੁਪਤਾ ਨਾਲ ਫਿਰ ਮਿਲਾਇਆ ਜਾਂਦਾ ਜਿਹੜਾ ਕਹਿੰਦਾ ਹਾਂਜੀ ਮੈਨੂੰ ਪੈਸੇ ਦਿਓ ਅਤੇ ਦੱਸੋ ਕਿਹੜੇ ਬੰਦੇ ਨੂੰ ਮਾਰਨਾ, ਮੈਂ ਤਾਂ ਕੰਟਰੈਕਟ ਕਿਲਰ ਹਾਂ। ਅਸਲ 'ਚ ਸਾਰੇ ਬੰਦੇ ਲੈ ਦੇ ਕੇ ਡਰੱਗ ਐਨਫੋਰਸਮੈਂਟ ਏਜੰਸੀ ਦੇ ਬੰਦੇ ਸੀ। ਅੰਡਰ ਕਵਰ ਆਪਰੇਸ਼ਨ ਚੱਲ ਰਿਹਾ ਸੀ। ਜਦੋਂ ਅਮਰੀਕਨ ਅਥਾਰਟੀਜ਼ ਨੂੰ ਪਤਾ ਚੱਲਿਆ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ, ਉਹਨਾਂ ਨੇ ਆਪਣਾ ਜਾਲ ਵਿਛਾਇਆ ਔਰ ਕਰਦੇ ਕਰਦੇ ਉਹ ਨਿਖਿਲ ਗੁਪਤਾ ਤੱਕ ਪਹੁੰਚ ਗਏ। ਔਰ ਜਦੋਂ ਇਹ ਸਾਰਾ ਪਰਦਾ ਫਾਸ਼ ਹੋਇਆ ਤਾਂ ਨਿਖਿਲ ਗੁਪਤਾ ਅਮਰੀਕਾ 'ਚੋਂ ਭੱਜਦਾ ਅਤੇ ਉਹ ਚੈਕੋਸਲੋਵਾਕੀਆ ਪਹੁੰਚ ਜਾਂਦਾ। ਲੇਕਿਨ ਅਮਰੀਕਨ ਏਜੰਸੀਜ਼ ਦਾ ਚੈਕੋਸਲੋਵਾਕੀਆ ਨਾਲ ਆਪਸੀ ਸਮਝੌਤਾ ਹੈ। ਉਹਨਾਂ ਨੇ ਅਥਾਰਟੀ ਨਾਲ ਗੱਲ ਕਰਕੇ ਇਹਨੂੰ ਚੈਕੋਸਲੋਵਾਕੀਆ 'ਚ ਅਰੈਸਟ ਕਰਵਾ ਦਿੱਤਾ। ਹੁਣ ਇਹ ਜੋ ਇਨਵੈਸਟੀਗੇਸ਼ਨ ਅੰਡਰ ਕਵਰ ਆਪਰੇਸ਼ਨ DAE ਨੇ ਚਲਾਇਆ, ਡੈਫੀਨੇਟਲੀ ਇਹ ਅਮਰੀਕਨ ਏਜੰਸੀਜ਼ ਦੇ ਕਹਿਣ 'ਤੇ ਚਲਾਇਆ ਹੋਊਗਾ। ਉਹਨਾਂ ਨੇ ਇਸ ਪੂਰੇ ਕੇਸ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਦਿੱਤੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕੈਨੇਡਾ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਇਲਜ਼ਾਮ ਲਾਏ ਕਿ ਭਾਰਤ ਦੇ ਇੱਕ RAW ਵੱਲੋਂ ਪੋਸਟ ਕੀਤੇ ਗਏ ਆਫਿਸਰ PK ਰਾਏ ਜੋ ਪੰਜਾਬ ਕਾਡਰ ਦੇ IPS ਆਫਿਸਰ ਨੇ, ਆਪਾਂ ਐਪੀਸੋਡ ਕੀਤਾ ਸੁਣਿਆ ਹੋਣਾ, ਉਹਨਾਂ ਨੇ ਇਹ ਸਾਰੀ ਪਲਾਨਿੰਗ ਕੀਤੀ ਸੀ। ਖੈਰ ਇਲਜ਼ਾਮਬਾਜ਼ੀਆਂ ਹੁੰਦੀਆਂ, ਕਦੋਂ ਇਲਜ਼ਾਮ ਸਿੱਧ ਹੋਣਗੇ ਨਹੀਂ ਹੋਣਗੇ ਬਾਅਦ ਦੀ ਗੱਲ ਹੈ, ਪਰ ਦੋਨਾਂ ਦੇਸ਼ਾਂ 'ਚ ਕਾਫੀ ਤਣਾਅ ਬਣਿਆ। ਉਹਨਾਂ ਨੇ ਕੈਨੇਡਾ ਨੇ PK ਰਾਏ ਨੂੰ ਅਤੇ ਇੱਕ ਦੋ ਹੋਰ ਅਫਸਰਾਂ ਨੂੰ ਆਪਣੇ ਦੇਸ਼ 'ਚੋਂ ਦੇਸ਼ ਨਿਕਾਲਾ ਕੱਢ ਦਿੱਤਾ। ਉਹ ਵਾਪਸ ਹਿੰਦੁਸਤਾਨ ਆ ਗਏ, ਭਾਰਤ ਆ ਗਏ। ਉਸ ਤੋਂ ਬਾਅਦ ਭਾਰਤ ਸਰਕਾਰ ਨੇ ਕੈਨੇਡੀਅਨ ਅੰਬੈਸੀ, ਉਹਨਾਂ ਦੇ ਹਾਈ ਕਮਿਸ਼ਨ ਦੇ 40 ਅਫਸਰਾਂ ਨੂੰ ਵਾਪਸ ਭੇਜ ਦਿੱਤਾ। ਇਹ ਖਿੱਚਾਤਾਣੀ ਚੱਲਦੀ ਰਹੀ। ਦੋਨਾਂ ਸਰਕਾਰਾਂ ਪਹਿਲਾਂ ਵੀਜ਼ਾ ਸਸਪੈਂਡ ਹੋਏ, ਇਹ ਹੋਇਆ ਉਹ ਹੋਇਆ, ਲੰਬਾ ਚੌੜਾ ਕਿੱਸਾ ਬਣਿਆ, ਕੰਟਰੋਵਰਸੀਜ਼ ਖੜੀਆਂ ਹੋਈਆਂ, ਇੱਕ ਦੂਜੇ ਦੇ ਖਿਲਾਫ ਇਲਜ਼ਾਮ ਲਾਏ ਗਏ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ 'ਚ ਬਿਆਨ ਦਿੱਤਾ ਕਿ ਭਾਰਤ ਸਰਕਾਰ ਨੇ ਭਾਰਤ ਸਰਕਾਰ ਦੇ ਅਫਸਰਾਂ ਨੇ ਇਹ ਸਾਜ਼ਿਸ਼ ਰਚੀ ਔਰ ਹਰਦੀਪ ਨਿੱਜਰ ਨੂੰ ਮਰਵਾਇਆ। ਇਸ ਤੋਂ ਥੋੜ੍ਹੇ ਦਿਨਾਂ ਬਾਅਦ ਸਤੰਬਰ ਤੋਂ ਬਾਅਦ ਅਮਰੀਕਾ ਨੇ ਵੀ ਇਲਜ਼ਾਮ ਲਗਾਇਆ ਕਿ ਸਾਡੇ ਕੋਲ ਇਸ ਗੱਲ ਦੀ ਐਵੀਡੈਂਸ ਹੈ ਕਿ ਭਾਰਤ ਸਰਕਾਰ ਦੇ ਕੁਝ ਅਫਸਰਾਂ ਦੇ ਇਸ਼ਾਰੇ 'ਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ ਸੀ, ਜਿਹੜੀ ਅਸੀਂ ਨਾਕਾਮਯਾਬ ਕਰ ਦਿੱਤੀ। ਉਹਦਾ ਖੁਲਾਸਾ ਅੱਜ ਅਮਰੀਕਨ ਅਥਾਰਟੀਜ਼ ਨੇ ਕੀਤਾ ਔਰ ਉਹਦੇ 'ਚ ਉਹਨਾਂ ਨੇ ਇੰਡਾਈਟ ਕੀਤਾ, ਮਤਲਬ ਇਲਜ਼ਾਮ ਤੈਅ ਕਰ ਦਿੱਤੇ ਨੇ ਨਿਖਿਲ ਗੁਪਤਾ ਦੇ ਉੱਪਰ ਅਤੇ ਇੱਕ ਉਸ ਅਫਸਰ ਦੇ ਉੱਪਰ ਜਿਹੜਾ ਸ਼ਾਇਦ ਕਦੇ ਅਮਰੀਕਾ 'ਚ ਪੋਸਟਡ ਰਿਹਾ ਹੋਊਗਾ, IPS ਅਫਸਰ ਹੋਏਗਾ ਜਿਹੜਾ CRPF 'ਚ ਕੰਮ ਕਰਦਾ ਰਿਹਾ, ਹਥਿਆਰਾਂ ਦੇ ਇਸਤੇਮਾਲ ਦੀ ਗੱਲ ਕੀਤੀ। ਇਹ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਔਰ ਇਸ ਗੱਲ ਦਾ ਖੁਲਾਸਾ ਇੱਥੋਂ ਹੁੰਦਾ ਕਿ US ਅਟਾਰਨੀ, ਉੱਥੇ ਜਿਵੇਂ ਆਪਣੇ ਅਟਾਰਨੀ ਜਨਰਲ ਹੁੰਦੇ ਆ ਜਿਹੜੇ ਲਾਅ ਜੁਡੀਸ਼ਰੀ ਡਿਪਾਰਟਮੈਂਟ ਦੇ ਅਫਸਰ ਹੁੰਦੇ ਆ, ਉਹਦਾ ਨਾਂ ਹੈਗਾ ਡੈਮੀਅਨ ਵਿਲੀਅਮਸ। ਉਹਨੇ ਅਨਾਊਂਸ ਕੀਤਾ ਕਿ ਚਾਰਜਸ ਅਗੇਂਸਟ ਨਿਖਿਲ ਗੁਪਤਾ
an Indian national who had lived in India as an indictment was unsealed in Manhattan Federal Court. ਇਹ ਜਿਹੜੀ ਚਾਰਜਸ ਫਰੇਮ ਕਰਨੇ ਜਿਹਨੂੰ ਆਪਾਂ ਕਹਿੰਦੇ ਆਪਣੇ ਇੰਡੀਆ 'ਚ ਉੱਥੇ ਨੂੰ ਇੰਡਾਈਟਮੈਂਟ ਕਹਿ ਦਿੰਦੇ ਆ। ਤਾਂ ਮੈਨਹਟਨ ਕੋਰਟ 'ਚ ਇਹ ਚਾਰਜ ਜਿਹੜੇ ਉਹ ਫਰੇਮ ਕੀਤੇ ਗਏ। ਉਸ ਤੋਂ ਬਾਅਦ ਵੀ ਅਲੈਜ ਦਾ ਡਿਫੈਂਡੈਂਟ conspired from India to assassinate। ਇਹ ਇੰਡਾਈਟਮੈਂਟ 'ਚ ਉਹਨਾਂ ਨੇ ਅੱਖਰ ਯੂਜ਼ ਕੀਤਾ ਦਾ ਡਿਫੈਂਡੈਂਟ ਜਿਹੜਾ ਉਹ ਕੰਸਪਾਇਰਡ ਫਰੋਮ ਇੰਡੀਆ ਟੂ ਅਸੈਸੀਨੇਟ ਰਾਈਟ ਹੀਅਰ ਇਨ ਨਿਊਯਾਰਕ ਸਿਟੀ, ਕਿ ਭਾਰਤ 'ਚ ਬੈਠ ਕੇ ਇਹਨਾਂ ਲੋਕਾਂ ਨੇ ਸਾਡੇ ਨਿਊਯਾਰਕ ਬੈਠੇ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਕਿਉਂਕਿ ਉਹਨਾਂ ਨੇ ਇਹ ਵੀ ਲਿਖਿਆ, ਕਿਉਂਕਿ ਗੁਰਪਤਵੰਤ ਸਿੰਘ ਪੰਨੂ publicly advocated for the establishment of a sovereign state of Sikhs and minority group in India। ਕਿ ਸਿੱਖ ਜਿਹੜੇ ਨੇ ਉਹ ਹਿੰਦੁਸਤਾਨ 'ਚ ਭਾਰਤ 'ਚ ਮਿਨੋਰਿਟੀ ਨੇ, ਅਤੇ ਪੰਨੂ ਜਿਹੜਾ ਉਹ ਇਹਨਾਂ ਲਈ ਇੱਕ ਆਜ਼ਾਦ ਦੇਸ਼ ਦੀ ਮੰਗ ਕਰ ਰਿਹਾ, ਉਹਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ। ਦਾ ਐਲੀਗੇਸ਼ਨ ਆਲਸੋ ਕੇਮ ਔਨ ਦਾ ਬੈਕਡ੍ਰੌਪ ਆਫ ਕੈਨੇਡੀਅਨ ਪ੍ਰਾਈਮ ਮਿਨਿਸਟਰ। ਉਹ ਮੈਂ ਤੁਹਾਨੂੰ ਦੱਸ ਦਿੱਤਾ ਸਾਰਾ। ਉਸ ਤੋਂ ਬਾਅਦ ਜਿਹੜੀ ਪ੍ਰੈਸ ਰਿਲੀਜ਼ ਅਮਰੀਕਨ ਸੋਰਸਿਸ ਨੇ ਕੀਤੀ ਆ, ਅਕੋਰਡਿੰਗ ਟੂ ਦ ਰਿਲੀਜ਼, ਚੈਕ ਅਥਾਰਟੀਜ਼ ਅਰੈਸਟਡ ਐਂਡ ਡਿਟੇਨਡ ਗੁਪਤਾ ਔਨ June 30 ਇਨ ਚੈਕੋਸਲੋਵਾਕੀਆ। ਇਹ ਜਦੋਂ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਨਿਖਿਲ ਗੁਪਤਾ ਭੱਜਦਾ ਔਰ ਚੈਕੋਸਲੋਵਾਕੀਆ 'ਚ 30 ਜੂਨ ਨੂੰ ਫੜਿਆ ਜਾਂਦਾ, ਕਿਉਂਕਿ ਚੈਕ ਰਿਪਬਲਿਕ ਔਰ US ਦੇ ਵਿੱਚ ਸਮਝੌਤਾ ਇਹ ਸਾਰਾ ਕੁਝ ਦੱਸਿਆ ਗਿਆ। ਇਹਦੇ 'ਚ ਇਹ ਵੀ ਲਿਖਿਆ ਗਿਆ ਕਿ US officials became aware of the plot to kill Gurpatwant Singh Pannu, who had been designated a terrorist under UAPA by Indian government। तो खैर, N.A. Milgram, administrator of the Drug Enforcement Administration DEA, ਉਹਦਾ ਨਾਂ ਹੈ ਐਨੀ ਮਿਲੀਗ੍ਰਾਮ। ਇਹਨਾਂ ਨੇ ਇਹ ਪੂਰੀ ਬਿਆਨ ਆਪਣੇ ਦਿੱਤੇ ਕਿ ਵੈਨ ਅ ਫੋਰਨ, ਉਹਨਾਂ ਨੇ ਇੰਡੀਅਨ ਗੌਰਮੈਂਟ ਦਾ ਨਾਂ ਨਹੀਂ ਲਿਆ, ਕਹਿੰਦੇ ਵੈਨ ਅ ਫੋਰਨ ਗੌਰਮੈਂਟ ਐਮਪਲਾਈ recruited an international narcotics trafficker to commit murder in the US। ਕਿ ਇੱਕ ਵਿਦੇਸ਼ੀ ਦੇਸ਼ ਨੇ, ਵਿਦੇਸ਼ੀ ਤਾਕਤ ਨੇ ਇੱਕ ਨੋਨ ਇੰਟਰਨੈਸ਼ਨਲ ਡਰੱਗ ਡੀਲਰ ਨੂੰ ਰਿਕਰੂਟ ਕੀਤਾ ਪੰਨੂ ਨੂੰ ਮਾਰਨ ਲਈ। ਇਹ ਉਸ ਇੰਡਾਈਟਮੈਂਟ 'ਚ ਕਿਹਾ ਗਿਆ। According to the indictment, the plot was directed by an Indian government agency employee। ਕਿ ਭਾਰਤ ਸਰਕਾਰ ਦੀ ਇੱਕ ਏਜੰਸੀ ਦੇ ਇੱਕ ਮੁਲਾਜ਼ਮ ਨੇ ਇਹ ਸਾਰਾ ਡਾਇਰੈਕਟ ਕੀਤਾ ਸੀ। ਬੜੀ ਸੀਨੀਅਰ ਪੋਜੀਸ਼ਨ ਲਈ ਉਹਨੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਵਿੱਚ, ਟ੍ਰੇਨਡ ਇਨ ਬੈਟਲ ਕਰਾਫਟ ਐਂਡ ਵੈਪਨਸ, ਤਾਂ ਕਿ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਕਰੀ ਜਾ ਸਕੇ। ਹੀ ਸੈਡ ਗੁਪਤਾ ਕੰਟੈਕਟਡ ਐਨ ਇੰਡੀਵਿਜੂਅਲ। ਉਹ ਮੈਂ ਤੁਹਾਨੂੰ ਦੱਸ ਚੁੱਕਾ, ਇਹ ਉਹਨਾਂ ਦੀ ਪੂਰੀ ਕਹਾਣੀ ਆ ਕਿ ਕਿਵੇਂ ਉਹਨੇ ਇੱਕ ਆਦਮੀ ਨੂੰ ਕੰਟੈਕਟ ਕੀਤਾ ਕਿ ਮੈਂ ਇੱਕ ਬੰਦਾ ਮਰਵਾਉਣਾ, ਉਹ ਸਾਰੀ ਕਹਾਣੀ 'ਚ ਦੱਸੀ ਗਈ। ਸੋ ਇਹ ਪੂਰੀ ਕਹਾਣੀ ਅੱਜ ਅਮਰੀਕਨ ਕੋਰਟ ਵਿੱਚ ਪੇਸ਼ ਹੋ ਗਈ, ਇੰਡਾਈਟਮੈਂਟ ਹੋ ਗਈ। ਹੁਣ ਅੱਗੇ ਕੇਸ ਚੱਲੂਗਾ। ਪਿੱਛੇ ਜੇ ਭਾਰਤੀ ਮਿਸ਼ਨ ਦੀ ਔਰ ਅਮਰੀਕਨ ਮਿਸ਼ਨ ਔਨ ਸਿਕਿਉਰਿਟੀ ਦੀ ਮੀਟਿੰਗ ਵੀ ਹੋਈ ਸੀ, ਜਿਹਦੇ 'ਚ ਦੋਨਾਂ ਧਿਰਾਂ ਨੇ ਇੱਕ ਦੂਜੇ ਨੂੰ ਕੋਆਪਰੇਟ ਕਰਨ ਦਾ ਸੁਨੇਹਾ ਦਿੱਤਾ ਸੀ। ਭਾਰਤੀ ਸਰਕਾਰ ਨੇ ਕਿਹਾ ਸੀ ਕਿ ਜਿਸ ਕਿਸਮ ਦੀਆਂ ਦੇ ਸਵਾਲ ਅਮਰੀਕਨ ਸਰਕਾਰ ਉਠਾ ਰਹੀ ਆ, ਅਸੀਂ ਉਹਨਾਂ ਨੂੰ ਬੜਾ ਸੀਰੀਅਸਲੀ ਲੈ ਰਹੇ ਹਾਂ, ਔਰ ਇਹਦੇ 'ਤੇ ਅਸੀਂ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ, ਕਿਉਂਕਿ ਇਹ ਸਾਡੀ ਆਪਸ ਦੀ ਗੱਲ ਹੈ। ਇਟਸ ਨਾਟ ਫॉर ਪਬਲਿਕ
ਲਾਈਜੈਕਸ਼ਨ। ਉਹਨਾਂ ਨੇ ਇਸ ਕਰਕੇ ਜ਼ਿਕਰ ਨਹੀਂ ਕੀਤਾ, ਪਰ ਇੱਕ ਤੋਂ ਇੱਕ ਬਾਅਦ ਦੋ ਵੱਡੇ ਮੁਲਕਾਂ ਵੱਲੋਂ ਇਲਜ਼ਾਮ ਲਗਾਏ ਜਾਣੇ ਕਿ ਇਹ ਦੇਸ਼ ਦੇ ਏਜੰਟ, ਭਾਰਤ ਦੇ ਏਜੰਟ ਸਾਡੇ ਦੇਸ਼ 'ਚ ਆ ਕੇ ਸਾਡੇ ਨਾਗਰਿਕਾਂ ਨੂੰ ਮਾਰਨ ਮਰਵਾਉਣ ਦੀਆਂ ਘਟਨਾਵਾਂ ਕਰ ਰਹੇ ਨੇ। ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਮਾਮਲਾ ਮੈਨੂੰ ਲੱਗਦਾ ਕਿ ਕੁਝ ਹੋਰ ਵਧੂ। ਅਸੀਂ ਕਿਸੇ ਤਰ੍ਹਾਂ ਗੁਰੂ ਪਤਵੰਤ ਸਿੰਘ ਪੰਨੂ ਦੇ ਫਲਸਫੇ ਨਾਲ ਸਹਿਮਤ ਨਹੀਂ, ਅਸੀਂ ਕਿਸੇ ਕਿਸਮ ਦੇ ਖਾਲਿਸਤਾਨ ਨਾਲ ਸਹਿਮਤ ਨਹੀਂ, ਪਰ ਅਗਰ ਇੱਕ ਅਮਰੀਕਾ ਵਰਗੀ ਵੱਡੀ ਸਰਕਾਰ, ਉਹਨਾਂ ਦੀਆਂ ਏਜੰਸੀ ਇੰਨੇ ਮਹੀਨੇ ਕੰਮ ਕਰਕੇ ਕੋਈ ਸਾਜ਼ਿਸ਼ ਫੜਦੀਆਂ ਨੇ, ਉਹਨਾਂ 'ਤੇ ਜਾਂਚ ਹਿੰਦੁਸਤਾਨ 'ਚ, ਭਾਰਤ ਵਿੱਚ ਵੀ ਹੋਣੀ ਚਾਹੀਦੀ ਆ। ਅਜੇ ਤੱਕ ਕਿਉਂਕਿ ਨਵੀਂ ਗੱਲ ਆ, ਬਹੁਤੇ ਰਿਐਕਸ਼ਨ ਆਏ ਨਹੀਂ, ਬੜੇ ਲੋਕਾਂ ਨੇ ਅਜੇ ਰਿਪੋਰਟ ਦੇਖੀ ਨਹੀਂ, ਪੜ੍ਹੀ ਨਹੀਂ। ਆਉਣਗੇ ਤਾਂ ਹੋਰ ਖੁਲਾਸਾ ਹੋਏਗਾ। ਇੱਕ ਵਾਰੀ ਫੇਰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਲਾਈਵ ਮਿੰਟ ਲਾਈਵ ਜੋ ਇਹ ਚੈਨਲ, ਜੋ ਇਹ ਪੋਰਟਲ ਹੈ ਨਿਊਜ਼ ਦੀ, ਉਹਦਾ ਅਸੀਂ ਪੂਰੀ ਤਰ੍ਹਾਂ ਭਰੋਸਾ ਨਹੀਂ ਕਰ ਸਕਦੇ। ਕਈ ਵਾਰੀ ਇਹੋ ਜਿਹੀਆਂ ਚੈਨਲਾਂ ਜਿਹੜੀਆਂ ਸਰਕਾਰ ਵਿਰੋਧੀ ਹੁੰਦੀਆਂ, ਬੇਸਿਕਲੀ ਆ ਅਮਰੀਕਨ ਇੰਟਰਸਟ ਹੋਰ ਹੁੰਦਾ ਹੈ, ਇੰਡੀਅਨ ਇੰਟਰਸਟ ਹੋਰ ਆ, ਉਹ ਇਹੋ ਜਿਹੀਆਂ ਖਬਰਾਂ ਚਲਾਉਂਦੇ ਵੀ ਆ, ਥੋੜ੍ਹਾ ਵਧਾ ਚੜ੍ਹਾ ਕੇ ਗੱਲ ਕਰ ਦਿੰਦੇ ਹੋਣਗੇ, ਪਰ ਜੋ ਜਿੱਥੋਂ ਤੱਕ ਖਬਰ ਦਾ ਤਾਲੁਕ ਹੈ, ਨਿਊਜ਼ ਇਜ਼ ਨਿਊਜ਼, ਤੁਹਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਸੀ, ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ। ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਨਾਕਾਮ ਕਿਵੇਂ ਹੋਈ, ਕਿਹਨੇ ਕੀਤੀ, ਇਹ ਸਾਰਾ ਖੁਲਾਸਾ ਇਸ ਇੰਡਾਈਟਮੈਂਟ ਹੈ ਜਿਹੜਾ ਮੈਨਹਟਨ ਕੋਰਟ 'ਚ ਚਲਿਆ ਗਿਆ। ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਆਉਣ ਵਾਲੇ ਦਿਨਾਂ 'ਚ ਇਹਦੇ ਅੱਗੇ ਹੋਰ ਜੋ ਨਵੇਂ ਤੱਥ ਉੱਭਰ ਕੇ ਸਾਹਮਣੇ ਆਉਣਗੇ, ਉਹਨਾਂ ਦੀ ਗੱਲ ਵੀ ਕਰਾਂਗੇ। ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ, ਧੰਨਵਾਦ।